ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਦਾ ਪੇਪਰ 1 ਅਤੇ ਪੇਪਰ 2 ਦੋਨਾਂ ਲਈ ਹੀ ਯੂਸਫੁਲ ਹੈ। ਇਸ 500 ਪ੍ਰਸ਼ਨਾਂ ਦੀ ਸੀਰੀਜ਼ ਦਾ ਇਹ ਹੈ ਲੈਕਚਰ ਨੰਬਰ 3। ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਫੋਲੋ ਕਰਦੇ ਹੋ ਪਲੱਸ ਮੇਰੀ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਦੀ ਥਿਊਰੀ ਵਾਲੀ ਮੈਰਾਥਨ ਸੀਰੀਜ਼ ਦੇਖ ਲੈਂਦੇ ਹੋ ਤਾਂ ਤੁਹਾਡੇ ਲਗਭਗ ਸਾਰੇ ਜਿਹੜੇ ਪ੍ਰਸ਼ਨ ਨੇ ਜੀ ਉਹ ਹੱਲ ਹੋ ਜਾਣਗੇ। ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਗੱਲ ਕਰ ਰਹੇ ਹਾਂ ਅੱਜ ਆਪਾਂ ਪਹਿਲੇ ਪ੍ਰਸ਼ਨ ਦੀ ਐਂਡ ਲਾਸਟ ਤੇ ਤੁਸੀਂ ਜੇਕਰ ਆਪਾਂ ਅੱਜ 10 ਪ੍ਰਸ਼ਨ ਡਿਸਕਸ ਕਰ ਰਹੇ ਹਾਂ ਤੇ ਲਾਸਟ ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਣਾ ਆ ਤੁਹਾਡੇ 10 ਵਿੱਚੋਂ ਕਿੰਨੇ ਨੰਬਰ ਬਣੇ ਨੇ। ਐਂਡ ਜਦੋਂ ਮੈਂ ਕੁਐਸਚਨ ਨੂੰ ਰੀਡ ਕਰ ਦਊਂਗਾ ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਹੀ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ ਤਾਂ ਜੋ ਤੁਹਾਡਾ ਜਦੋਂ ਮੈਂ ਇੱਥੇ ਸਹੀ ਜਵਾਬ ਦੱਸੂਗਾ ਐਂਡ ਤੁਹਾਡਾ ਜਵਾਬ ਵੀ ਸਹੀ ਹੋਊਗਾ, ਤੁਹਾਡਾ ਆਤਮ ਵਿਸ਼ਵਾਸ ਕੌਨਫੀਡੈਂਸ ਦਿਨੋਂ ਦਿਨ ਵੱਧਦਾ ਜਾਵੇਗਾ। ਹੋ ਸਕਦਾ ਸ਼ੁਰੂਆਤੀ ਦਿਨਾਂ ਵਿੱਚ ਤੁਹਾਡੇ ਜਵਾਬ ਸਹੀ ਨਾ ਹੋਣ ਬਟ ਹੌਲੀ ਹੌਲੀ ਜਿਹੜੇ ਤੁਹਾਡੇ ਜਵਾਬ ਨੇ ਅੰਡਰਸਟੈਂਡਿੰਗ ਨਾਲ ਉਹ ਵੀ ਸਹੀ ਹੋਣੇ ਸਟਾਰਟ ਹੋ ਜਾਣਗੇ। ਸੋ ਪਹਿਲਾ ਪ੍ਰਸ਼ਨ ਦੇਖੋ, ਨੇਮ ਦਾ ਮੋਡ ਆਫ ਟੀਚਿੰਗ which refers to shaping conduct and skills ਕਿ ਪੜ੍ਹਾਉਣ ਦੀ ਉਸ ਵਿਧੀ ਦਾ ਨਾਮ ਦੱਸੋ ਜੋ ਕਿ ਵਿਵਹਾਰ ਅਤੇ ਹੁਨਰ ਨੂੰ ਸ਼ਕਲ ਦਿੰਦੀ ਹੈ। ਕੀ ਇਹ ਕੰਡੀਸ਼ਨਿੰਗ ਹੈ ਜਾਂ ਫਿਰ ਇਹ ਟ੍ਰੇਨਿੰਗ ਹੈ, ਇੰਸਟਰਕਸ਼ਨ ਹੈ ਜਾਂ ਫਿਰ ਇੰਡੋਕਟਰਾਈਨੇਸ਼ਨ ਹੈ। ਕੰਡੀਸ਼ਨਿੰਗ, ਟ੍ਰੇਨਿੰਗ, ਇੰਸਟਰਕਸ਼ਨ ਜਾਂ ਫਿਰ ਇੰਡੋਕਟਰਾਈਨੇਸ਼ਨ। ਸਹੀ ਜਵਾਬ ਦੀ ਗੱਲ ਕਰੀਏ ਤਾਂ ਉਸ ਟੀਚਿੰਗ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਤੁਹਾਡੀ ਸਕਿੱਲ ਤੇ ਧਿਆਨ ਦਿੱਤਾ ਜਾਏਗਾ। ਕੰਡਕਟ ਐਂਡ ਸਕਿੱਲ ਦੀ ਗੱਲ ਕੀਤੀ ਜਾ ਰਹੀ ਹੈ। ਕੰਡੀਸ਼ਨਿੰਗ ਜਿਹੜਾ ਵਰਡ ਹੈਗਾ ਜੀ ਇਹ ਤੁਸੀਂ ਜ਼ਰੂਰ ਸੁਣਿਆ ਹੋਊਗਾ। ਐਂਡ ਮੇਰੇ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਆਪਰੈਂਟ ਕੰਡੀਸ਼ਨਿੰਗ ਦੀ ਥਿਊਰੀ ਕਿਹਦੇ ਦੁਆਰਾ ਦਿੱਤੀ ਗਈ ਸੀਗੀ। ਹੋ ਸਕਦਾ ਜਦੋਂ ਪੇਪਰ ਆਵੇ ਉੱਥੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਦੱਸੋ ਆਪਰੈਂਟ ਕੰਡੀਸ਼ਨਿੰਗ ਦੀ ਥਿਊਰੀ ਕਿਹਨੇ ਦਿੱਤੀ ਹੈ ਤੇ ਇੱਕ ਕਲਾਸੀਕਲ ਥਿਊਰੀ ਹੈਗੀ ਆ ਉਹ ਕਿਹਦੇ ਦੁਆਰਾ ਦਿੱਤੀ ਗਈ ਹੈ। ਵੈਸੇ ਇਸ ਪ੍ਰਸ਼ਨ ਦਾ ਸਹੀ ਜਵਾਬ ਜੇਕਰ ਮੈਂ ਗੱਲ ਕਰਾਂ ਤਾਂ ਟ੍ਰੇਨਿੰਗ ਇਹਦਾ ਜਵਾਬ ਸਹੀ ਆਊਗਾ। ਟ੍ਰੇਨਿੰਗ ਕਿਉਂ ਆਊਗਾ, ਕੰਡੀਸ਼ਨਿੰਗ ਕਿਉਂ ਨਹੀਂ ਆ ਸਕਦਾ? ਕਿਉਂਕਿ ਟ੍ਰੇਨਿੰਗ ਦੇ ਵਿੱਚ ਆਪਾਂ ਕੋਈ ਸਪੈਸੀਫਿਕ ਸਕਿੱਲ ਦੇ ਉੱਤੇ ਧਿਆਨ ਦਿੰਨੇ ਆ ਤੇ ਕੰਡੀਸ਼ਨਿੰਗ ਦੇ ਵਿੱਚ ਆਪਾਂ ਓਵਰਆਲ ਬਾਡੀ ਤੇ ਫਿਜ਼ੀਕਲ ਗਰੋਥ ਤੇ ਧਿਆਨ ਦਿੰਨੇ ਆ ਬਟ ਟ੍ਰੇਨਿੰਗ ਦੇ ਵਿੱਚ ਕਿਸੇ ਸਪੈਸੀਫਿਕ ਸਕਿੱਲ ਤੇ। ਸੋ ਆਪਸ਼ਨ ਨੰਬਰ ਜਿਹੜਾ B ਹੈਗਾ ਜੀ ਇਹ ਤੁਹਾਡਾ ਜਵਾਬ ਸਹੀ ਹੈ। ਬਾਕੀ ਮੈਂ ਤੁਹਾਨੂੰ ਹੁਣੇ ਇੱਕ ਪ੍ਰਸ਼ਨ ਪੁੱਛਿਆ ਸੀਗਾ ਕਿ ਦੱਸੋ ਕਿ ਆਪਰੈਂਟ ਕੰਡੀਸ਼ਨਿੰਗ ਦੀ ਜਿਹੜੀ ਥਿਊਰੀ ਹੈਗੀ ਆ ਤੇ ਕਲਾਸੀਕਲ ਕੰਡੀਸ਼ਨਿੰਗ ਦੀ ਥਿਊਰੀ ਕਿਹਦੇ ਦੁਆਰਾ ਦਿੱਤੀ ਗਈ ਸੀ। ਵੇਖੋ ਆਪਣੇ ਚੈਨਲ ਤੇ ਵੀਡੀਓ ਵੀ ਪਈ ਹੋਈ ਹੈ। ਬਾਕੀ ਜਿਹੜੀ ਮੈਰਾਥਨ ਮੈਂ ਕਲਾਸ ਬਣਾਈ ਹੋਈ ਹੈ ਨਾ 6 ਘੰਟਿਆਂ ਦੀ ਉਹਦੇ ਵਿੱਚ ਵੀ ਤੁਹਾਨੂੰ ਇਹ ਮੈਂ ਥਿਊਰੀ ਵੇਖਣ ਨੂੰ ਮਿਲ ਜੇਗੀ। ਸੋ ਸਕਰੀਨ ਦੇ ਉੱਤੇ ਹੀ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਵੀਡੀਓ ਵੀ ਜੇਕਰ ਤੁਸੀਂ ਨਾ ਓਪਨ ਕੀਤੀ ਨਾ ਤੁਹਾਨੂੰ ਪਤਾ ਲੱਗ ਜਾਣਾ ਆ ਕਿ ਸਕਿਨਰ ਨੇ ਥਿਊਰੀ ਦਿੱਤੀ ਸੀਗੀ ਆਪਰੈਂਟ ਕੰਡੀਸ਼ਨਿੰਗ ਦੀ ਤੇ ਕਿਹਨਾਂ ਜਾਨਵਰਾਂ ਤੇ ਐਕਸਪੈਰੀਮੈਂਟ ਕੀਤਾ ਸੀਗਾ ਉਹ ਵੀ ਫੋਟੋ ਵਿੱਚ ਦੇਖ ਸਕਦੇ ਹੋ, ਕਬੂਤਰ ਅਤੇ ਚੂਹਾ। ਪੈਵਲੋਵ ਨੇ ਤੁਸੀਂ ਦੇਖੋ ਕਿ ਜਿਹੜੀ ਉਹਨੇ ਐਕਸਪੈਰੀਮੈਂਟ ਕੀਤਾ ਸੀਗਾ ਜਾਂ ਫਿਰ ਉਹਨਾਂ ਦੀ ਕੁੱਤੇ ਤੇ ਜਿਹੜੀ ਥਿਊਰੀ ਹੈਗੀ ਆ ਜੀ ਉਹ ਵੇਖਣ ਨੂੰ ਮਿਲਦੀ ਹੈ। ਬੈਲ ਦੀ ਉਹਨਾਂ ਨੇ ਦੇਖੋ ਵਰਤੋਂ ਕੀਤੀ ਹੈਗੀ ਆ ਤੇ ਪੈਵਲੋਵ ਦੀ ਕਲਾਸੀਕਲ ਕੰਡੀਸ਼ਨਿੰਗ ਦੀ ਥਿਊਰੀ ਹੈਗੀ ਆ। JB ਵਾਟਸਨ ਨੇ ਵੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਦਿੱਤੀ ਹੈਗੀ ਆ। ਸਿੰਪਲੀ ਤੁਸੀਂ ਜਾਣਾ ਆ YouTube ਤੇ ਉੱਥੇ ਸਰਚ ਕਰਿਓ ਮੈਰਾਥਨ CDP ਮੈਰਾਥਨ ਬਾਈ ਡੋਰਸਟੈਪ ਐਜੂਕੇਸ਼ਨ ਪੁਆਇੰਟ ਐਂਡ ਤੁਹਾਨੂੰ ਵੀਡੀਓ ਮਿਲ ਜਾਣੀ ਆ। ਹੋਪ ਸੋ ਪਹਿਲੇ ਪ੍ਰਸ਼ਨ ਦਾ ਜਵਾਬ ਤੁਸੀਂ ਦੇ ਦਿੱਤਾ ਹੋਊਗਾ। ਐਂਡ ਦੋਸਤੋ ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਜਿਹਦਾ ਨਾਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ। ਗੱਲ ਕਰਦੇ ਹਾਂ ਟ੍ਰਾਈਪੋਲਰ ਪ੍ਰੋਸੈਸ ਦੀ ਕਿ ਟੀਚਿੰਗ ਇੱਕ ਟ੍ਰਾਈਪੋਲਰ ਪ੍ਰੋਸੈਸ ਆ ਕਿ ਪੜ੍ਹਾਉਣ ਦੇ 3 ਧੁਰੇ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ ਤੇ ਉਹ 3 ਧੁਰੇ ਕਿਹੜੇ ਹੈਗੇ ਆ ਕਿ ਦਾ ਫੋਲੋਇੰਗ 3 ਪੋਲਸ ਆਰ ਇੰਟਰਕਨੈਕਟਡ ਛੱਡ ਕੇ ਇੱਕ ਚੀਜ਼ ਨੂੰ ਛੱਡ ਕੇ 3 ਜਿਹੜੇ ਧੁਰੇ ਨੇ ਜੀ ਉਹ ਕਨੈਕਟਡ ਹੁੰਦੇ ਨੇ। ਐਂਡ ਕਿਹੜਾ ਧੁਰਾ ਨਹੀਂ ਕਨੈਕਟਡ ਹੈਗਾ ਇਹਦੀ ਹੀ ਗੱਲ ਕੀਤੀ ਜਾ ਰਹੀ ਹੈ ਕਿ ਪੜ੍ਹਾਉਣ ਦੇ 3 ਧੁਰੇ ਕਿਰਿਆ ਵਿੱਚ ਨਿਮਨ ਲਿਖਿਤ 3 ਧੁਰੇ ਆਪਸ ਵਿੱਚ ਸੰਬੰਧਿਤ ਹਨ ਸਿਵਾਏ ਅਧਿਆਪਕ, ਵਿਦਿਆਰਥੀ, ਇਮਾਰਤ ਜਾਂ ਫਿਰ ਪੜ੍ਹਨ ਪੜ੍ਹਾਉਣ ਦੀ ਸਮੱਗਰੀ। ਟੀਚਰ, ਪਿਊਪਲ, ਬਿਲਡਿੰਗ, ਸਬਜੈਕਟ ਮੈਟਰ। ਸਹੀ ਜਵਾਬ ਦੀ ਗੱਲ ਕਰੀਏ ਤਾਂ ਪੜ੍ਹਾਉਣ ਦੇ ਪ੍ਰਕਿਰਿਆ ਦੇ ਵਿੱਚ ਜਿਹੜਾ ਟੀਚਰ ਹੈਗਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਜੇਕਰ ਟੀਚਰ ਨਾ ਹੋਊਗਾ ਤੇ ਤੁਹਾਨੂੰ ਪੜ੍ਹਾਊਗਾ ਕੌਣ? ਉਸ ਤੋਂ ਬਾਅਦ ਜਿਹੜੇ ਬੱਚੇ ਹੈਗੇ ਨੇ ਜੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ, ਪੀਪਲ। ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਪੜ੍ਹਾਉਣੀ ਆਪਾਂ ਸਬਜੈਕਟ ਮੈਟਰ, ਜਿਹੜੀ ਸਮੱਗਰੀ ਆਪਾਂ ਕੋਲ ਹੈਗੀ ਆ ਆਪਾਂ ਉਹਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਸਬਜੈਕਟ ਮੈਟਰ ਹੈਗਾ ਜੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਹ ਤਿੰਨੇ ਚੀਜ਼ਾਂ ਜ਼ਰੂਰੀ ਨੇ।
बट मान लो जेकर तुहाडे कोल बिल्डिंग नहीं हैगी, पहलां वाले टाइम दे विच किहड़ियां बिल्डिंगां हुंदियां सीगीਆਂ, बट फिर भी सिੱਖਿਆ ਤਾਂ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਸੀਗੀ ਨਾ। ਹੁਣ ਕੀ ਮੈਂ ਇਹ ਜਿਹੜੀ ਵੀਡੀਓ ਹੈਗੀ ਆ ਕਿਤੇ ਵੀ ਰਿਕਾਰਡ ਕਰ ਸਕਦਾ ਹਾਂ? ਕੋਈ ਜ਼ਰੂਰੀ ਹੈ ਕਿ ਇਹਦੇ ਲਈ ਮੈਨੂੰ ਬਿਲਡਿੰਗ ਰਿਕੁਆਇਰਡ ਹੈਗੀ ਹੈ? ਬਿਲਕੁਲ ਨਹੀਂ। ਸੋ ਪੜ੍ਹਾਉਣ ਦੇ ਲਈ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਨੂੰ ਬਿਲਡਿੰਗ ਵੀ ਰਿਕੁਆਇਰਡ ਹੋਵੇ। ਸੋ ਸਹੀ ਜਵਾਬ ਕੀ ਹੋਊਗਾ ਇੱਥੇ? ਤੁਹਾਡਾ ਜਿਹੜਾ ਸਹੀ ਜਵਾਬ ਹੋਣਾ ਆ ਉਹ ਹੋਣਾ ਆ ਜੀ ਬਿਲਡਿੰਗ, ਕਿ ਬਿਲਡਿੰਗ ਟਰਾਈਪੋਲਰ ਪਾਰਟ ਦਾ ਹਿੱਸਾ ਹੈ ਨਹੀਂਗਾ। ਠੀਕ ਹੈ ਜੀ। ਸੋ ਆਪਸ਼ਨ ਨੰਬਰ ਸੀ ਨੂੰ ਲਗਾ ਦਿਓ ਟਿਕ, ਇਮਾਰਤ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਇਨ ਵਿਚ ਕੰਸੈਪਟ ਦਾ ਟਰਮ ਪ੍ਰੋਕਸੀਮੋ ਡਿਸਟਲ ਸੀਕੁਐਂਸ ਇਜ਼ ਯੂਜ਼ਡ। ਪ੍ਰੋਕਸੀਮੋ ਡਿਸਟਲ ਜਿਹੜਾ ਸੀਕੁਐਂਸ ਹੈਗਾ ਆ ਇਹ ਡਾਇਰੈਕਸ਼ਨ ਹੁੰਦੀਆਂ ਨੇ ਮੈਂ ਪਹਿਲਾਂ ਜਵਾਬ ਹੀ ਦੱਸਦਾ ਆ, ਤੁਸੀਂ ਦੱਸੋ ਇਹਦਾ ਸਹੀ ਜਵਾਬ ਕੀ ਹੋਊਗਾ। ਕਿਹੜੇ ਸੰਕਲਪ ਵਿੱਚ ਸ਼ਬਦ ਪ੍ਰੋਕਸੀਮੋ ਡਿਸਟਲ ਸੀਕੁਐਂਸ ਵਰਤਿਆ ਜਾਂਦਾ ਹੈ? ਗਰੋਥ, ਡਿਵੈਲਪਮੈਂਟ, ਮੈਜ਼ਰਮੈਂਟ, ਅਸੈਸਮੈਂਟ। ਸੋ ਦੱਸੋ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਕੀ ਹੈਗਾ ਆ? ਪ੍ਰੋਕਸੀਮੋ ਡਿਸਟਲ ਸੀਕੁਐਂਸ ਕੀ ਹੁੰਦਾ ਆ? ਸੋ ਦੋ ਤਰ੍ਹਾਂ ਦੀਆਂ ਸੀਕੁਐਂਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਇੱਕ ਤਾਂ ਹੁੰਦੀ ਹੈ ਜੀ ਸੈਫਲੋਕੌਡਲ ਡਿਵੈਲਪਮੈਂਟ, ਇੱਕ ਹੁੰਦੀ ਹੈ ਜੀ ਪ੍ਰੋਕਸੀਮੋ ਡਿਸਟਲ ਸੀਕੁਐਂਸ ਜਾਂ ਫਿਰ ਡਿਵੈਲਪਮੈਂਟ। ਵੈਸੇ ਤਾਂ ਵੇਖੋ ਇਹ ਪਾਰਟ ਹੈਗਾ ਆ ਡਿਵੈਲਪਮੈਂਟ ਦਾ। ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਕਸੀਮੋ ਡਿਸਟਲ ਡਿਵੈਲਪਮੈਂਟ ਦੀ ਤਾਂ ਇਹ ਸੈਂਟਰ ਟੂ ਪੈਰੀਫਰੀ ਵੱਲ ਨੂੰ ਜਾਂਦਾ ਆ। ਸੈਂਟਰ ਟੂ, ਜਿਵੇਂ ਕਿ ਮੈਂ ਇੱਥੇ ਇੱਕ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਜਿਹੜਾ ਤੁਹਾਡਾ ਵਿਕਾਸ ਹੋਏਗਾ ਨਾ ਉਹ ਪਹਿਲਾਂ ਸੈਂਟਰ ਦੇ ਵਿੱਚ ਹੋਏਗਾ, ਫਿਰ ਜਾ ਕੇ ਅੱਗੇ ਇਹਨਾਂ ਚੀਜ਼ਾਂ ਵੱਲ ਹੋਊਗਾ। ਠੀਕ ਹੈ ਜੀ। ਸੋ ਇਹ ਹੁੰਦਾ ਆ ਸੈਂਟਰ ਟੂ। ਜਦੋਂ ਪੈਰੀਫਰ ਵੱਲ ਨੂੰ ਜਾਂਦਾ ਆ ਉਹਨੂੰ ਤੁਸੀਂ ਪ੍ਰੋਕਸੀਮੋ ਡਿਸਟਲ ਦਾ ਨਾਮ ਦਿੰਦੇ ਹੋ। ਬਟ ਜਦੋਂ ਗੱਲ ਕਰਦੇ ਹਾਂ ਸੈਫਲੋਕੌਡਲ ਡਿਵੈਲਪਮੈਂਟ ਦੀ, ਸੈਫਲੋਕੌਡਲ ਡਿਵੈਲਪਮੈਂਟ ਦੇ ਵਿੱਚ ਬੱਚੇ ਦਾ ਵਿਕਾਸ ਸਿਰ ਤੋਂ ਪੈਰ ਵੱਲ ਹੁੰਦਾ ਆ। ਕਿਵੇਂ ਹੁੰਦਾ ਆ? ਹੈਡ ਟੂ ਟੋ ਵੱਲ ਨੂੰ ਹੁੰਦਾ ਆ। ਹੈਡ ਟੂ ਟੋ, ਸਿਰ ਤੋਂ ਪੈਰ ਵੱਲ ਜਿਹੜਾ ਵਿਕਾਸ ਵੇਖਣ ਨੂੰ ਮਿਲਦਾ ਆ ਉਹਨੂੰ ਤੁਸੀਂ ਸੈਫਲੋਕੌਡਲ ਕਹਿੰਦੇ ਹੋ। ਪ੍ਰੋਕਸੀਮੋ ਡਿਸਟਲ ਇੱਕ ਡਿਵੈਲਪਮੈਂਟ ਦੀ ਸੀਕੁਐਂਸ ਹੈਗੀ ਆ। ਸੋ ਆਪਸ਼ਨ ਨੰਬਰ ਬੀ ਨੇ ਲਗਾ ਲਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਤੁਹਾਡੇ ਤੋਂ ਪੁੱਛਿਆ ਜਾ ਰਿਹਾ ਕਿ ਦੱਸੋ ਕਿ ਇਹੋ ਜਿਹੀ ਕਿਹੜੀ ਡਿਵੈਲਪਮੈਂਟ ਹੈਗੀ ਆ ਜਿਹਨੂੰ ਆਪਾਂ ਮੈਜ਼ਰ ਨਹੀਂ ਕਰ ਸਕਦੇ। What kind of changes brought by development are very difficult to measure? ਵਿਕਾਸ ਦੁਆਰਾ ਲਿਆਂਦੇ ਗਏ ਕਿਹੜੇ ਬਦਲਾਅ ਮਾਪਣੇ ਬਹੁਤ ਮੁਸ਼ਕਿਲ ਹਨ? ਦੱਸੋ ਕਿ ਇਹ ਗੁਣਾਤਮਕ ਹੈ, ਮਾਤਰਾਤਮਕ ਹੈ, ਆਮ ਤੋਂ ਖਾਸ ਹੈ, ਖਾਸ ਤੋਂ ਆਮ ਹੈ? ਕੁਆਲਿਟੇਟਿਵ, ਕੁਆਂਟੀਟੇਟਿਵ, ਜਨਰਲ ਟੂ ਸਪੈਸੀਫਿਕ, ਸਪੈਸੀਫਿਕ ਟੂ ਜਨਰਲ। ਸਹੀ ਜਵਾਬ ਦੀ ਗੱਲ ਕਰਦੇ ਹਾਂ। ਜਿਹੜਾ ਡਿਵੈਲਪਮੈਂਟ ਹੁੰਦਾ ਆ ਜਿਵੇਂ ਕਿ ਕੁਆਲਿਟੇਟਿਵ ਹੋ ਗਿਆ, ਕੁਆਂਟੀਟੇਟਿਵ ਹੋ ਗਿਆ, ਇਹ ਦੋਨੋਂ ਹੀ ਡਿਵੈਲਪਮੈਂਟ ਵੇਖਣ ਨੂੰ ਮਿਲਦੇ ਆ। ਮੈਂ ਨਾ 3 ਦਿਨ ਪਹਿਲਾਂ ਇੱਕ ਸ਼ਾਰਟ ਵੀਡੀਓ ਬਣਾਈ ਸੀਗੀ, ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਕਿਹੜੀ ਚੀਜ਼ ਨੂੰ ਦੇਖ ਸਕਦੇ ਹੋ, ਕਿਹੜੀ ਚੀਜ਼ ਨੂੰ ਨਹੀਂ ਦੇਖ ਸਕਦੇ। ਕੁਆਂਟੀਟੇਟਿਵ ਮੰਨ ਲਓ ਜੇਕਰ 10 ਸਾਲ ਪਹਿਲਾਂ ਜਾਂ ਫਿਰ 5 ਸਾਲ ਪਹਿਲਾਂ ਮੇਰਾ ਕੱਦ ਛੋਟਾ ਹੁੰਦਾ ਸੀਗਾ, ਹੁਣ ਥੋੜਾ ਜਿਹਾ ਉਹਦੇ ਮੁਕਾਬਲੇ ਜ਼ਿਆਦਾ ਆ। ਪਹਿਲਾਂ ਜਿੰਨਾ ਮੇਰਾ ਭਾਰ ਸੀਗਾ ਹੁਣ ਥੋੜਾ ਵੱਧ ਗਿਆ, ਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੋਟਿਸ ਕਰ ਸਕਦੇ ਹੋ, ਮੈਜ਼ਰ ਵੀ ਕਰ ਸਕਦੇ ਹੋ। ਬਟ ਮੰਨ ਲਓ ਜੇਕਰ ਮੇਰਾ ਦਿਮਾਗ ਵਧਿਆ, ਪਹਿਲਾਂ ਜਿੰਨੀ ਮੇਰੇ ਕੋਲ ਨੌਲੇਜ ਸੀਗੀ ਹੁਣ ਉਹਦੇ ਨਾਲੋਂ ਜ਼ਿਆਦਾ ਆ, ਪਰ ਇਹਨੂੰ ਮੈਜ਼ਰ ਪ੍ਰੋਪਰ ਨਹੀਂ ਕੀਤਾ ਜਾ ਸਕਦਾ। ਇਹ ਚੀਜ਼ਾਂ ਮੈਜ਼ਰ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ। ਭਾਵ ਜਿਹੜਾ ਗੁਣਾਤਮਕ ਵਿਕਾਸ ਹੁੰਦਾ ਆ ਨਾ, ਵੀ ਮੈਂ ਕਿੰਨਾ ਚੰਗਾ ਆ, ਮਾੜਾ ਆ, ਜਾਂ ਫਿਰ ਹੋਰ ਵੀ ਗੁਣ ਹੋ ਸਕਦੇ ਆ, ਵੀ ਉਹਦਾ ਤੁਸੀਂ ਮੈਜ਼ਰਮੈਂਟ ਨਹੀਂ ਕਰ ਸਕਦੇ। ਸੋ ਕੁਆਲੀਟੇਟਿਵ ਇਜ਼ ਰਾਈਟ ਆਨਸਰ ਹੈਗਾ ਆ ਕਿ ਇਹ ਜਿਹੜੇ ਚੇਂਜਸ ਨੇ ਡਿਵੈਲਪਮੈਂਟ, ਇਹਨਾਂ ਨੂੰ ਮੈਜ਼ਰ ਕਰਨਾ ਬਹੁਤ ਔਖਾ ਕੰਮ ਆ। ਅੱਗੇ ਵੇਖੋ ਪ੍ਰਸ਼ਨ ਹੈਗਾ, ਅ ਚਾਈਲਡ ਐਜ਼ ਅ ਪ੍ਰੋਬਲਮ ਸੋਲਵਰ ਇਵੈਲੂਏਟਸ ਦ ਟਰੂਥ। ਵਟ ਕਾਈਂਡ ਆਫ ਥਿੰਕਿੰਗ ਇਜ਼ ਯੂਜ਼ਡ ਬਾਈ ਦ ਚਾਈਲਡ। ਕਿ ਇੱਕ ਬੱਚਾ ਆ ਮੁਸ਼ਕਿਲ ਹੱਲ ਕਰਨ ਦੇ ਤੌਰ ਤੇ ਨਾ ਸੱਚਾਈ ਦਾ ਮੁਲਾਂਕਣ ਕਰਦਾ ਆ। ਮਤਲਬ ਠੀਕ ਹੈ ਵੀ ਕੋਈ ਪ੍ਰਸ਼ਨ ਉਹਨੇ ਹੱਲ ਕਰਨਾ ਹੋਊਗਾ ਤੇ ਉਹ ਸੋਲਵ ਕਰ ਰਿਹਾ ਪ੍ਰਸ਼ਨ ਨੂੰ, ਤੇ ਉਹਦੇ ਦੁਆਰਾ ਜਿਹੜੀ ਥਿੰਕਿੰਗ ਯੂਜ਼ ਕੀਤੀ ਜਾ ਰਹੀ ਹੈ ਉਹ ਕਿਹੜੀ ਥਿੰਕਿੰਗ ਦੀ ਵਰਤੋਂ ਕਰ ਰਿਹਾ? ਕੀ ਇਹ ਲੌਜੀਕਲ ਥਿੰਕਿੰਗ ਹੈ, ਜਾਂ ਫਿਰ ਐਸਥੈਟਿਕ ਥਿੰਕਿੰਗ ਹੈ, ਕ੍ਰੀਏਟਿਵ ਥਿੰਕਿੰਗ ਹੈਗੀ ਹੈ, ਜਾਂ ਫਿਰ ਰੀਜ਼ਨਿੰਗ ਥਿੰਕਿੰਗ ਹੈ? ਲੌਜੀਕਲ ਸੋਚ, ਸੁਹਜ ਸੋਚ, ਸਿਰਜਨਾਤਮਕ ਸੋਚ, ਜਾਂ ਫਿਰ ਤਰਕ ਸੋਚ। ਸੋ ਬੱਚਾ ਕੋਈ ਲੌਜਿਕ ਲਗਾਉਣ ਦੀ ਕੋਸ਼ਿਸ਼ ਕਰੂਗਾ। ਜੇਕਰ ਲੌਜਿਕ ਲਗਾ ਰਿਹਾ ਤੇ ਕੋਈ ਨਾ ਕੋਈ ਉਹ ਰੀਜ਼ਨ ਵੀ ਜ਼ਰੂਰ ਲਗਾਊਗਾ। ਠੀਕ ਹੈ ਜੀ। ਸੋ ਇਹ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਸੋ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈ ਨਾ ਜੀ ਉਹ ਦੋਨੋਂ ਹੀ ਆ। ਲੌਜੀਕਲ ਥਿੰਕਿੰਗ ਵੀ ਇਹਦਾ ਸਹੀ ਜਵਾਬ ਹੋਊਗਾ ਤੇ ਰੀਜ਼ਨਿੰਗ ਥਿੰਕਿੰਗ ਵੀ ਇਹਦਾ ਸਹੀ ਜਵਾਬ ਹੋਊਗਾ, ਕਿਉਂਕਿ ਇੱਥੇ ਬੱਚਾ ਜਦੋਂ ਪ੍ਰੋਬਲਮ ਸੋਲਵ ਕਰੇਗਾ ਇੱਥੇ ਥਿੰਕਿੰਗ ਦੀ ਵਰਤੋਂ ਕਰੇਗਾ। ਸੋ ਇੱਥੇ ਲੌਜਿਕ ਵੀ ਲਗਾਉਣ ਦੀ ਕੋਸ਼ਿਸ਼ ਕਰੂਗਾ, ਰੀਜ਼ਨਿੰਗ ਵੀ ਕਰੂਗਾ। ਸੋ ਆਪਸ਼ਨ ਏ ਤੇ ਡੀ ਦੋਨੋਂ ਸਹੀ ਨੇ, ਤੇ ਸੀਟੈਟ ਦੀ ਪੀਐਸਟੈਟ ਦੀ ਆਨਸਰ ਕੀ ਦੇ ਵਿੱਚ ਵੀ ਆਹੀ ਜਵਾਬ ਸਹੀ ਸੀ। ਆਪਸ਼ਨ ਨੰਬਰ ਏ ਤੇ ਡੀ, ਤਰਕ ਸੋਚ ਅਤੇ ਲੌਜੀਕਲ ਸੋਚ। ਐਂਡ ਐਗਜ਼ਾਮ ਦੇ ਵਿੱਚ ਜਿਨ੍ਹਾਂ ਸਾਥੀਆਂ ਨੇ ਇਹਨਾਂ ਵਿੱਚੋਂ ਕੋਈ ਵੀ ਲਗਾਇਆ ਸੀਗਾ ਉਹਨਾਂ ਦੋਨਾਂ ਦੇ ਜਵਾਬ ਸਹੀ ਮੰਨੇ ਗਏ ਸੀ। ਅੱਗੇ ਪ੍ਰਸ਼ਨ ਵੇਖੋ, ਵਿਚ ਟਾਈਪ ਆਫ ਰੇਨਫੋਰਸਮੈਂਟ ਇਜ਼ ਗਿਵਨ ਐਟ ਵੈਰਿੰਗ ਇੰਟਰਵਲ ਆਫ ਟਾਈਮ ਔਰ ਆਫਟਰ ਅ ਵੈਰਿੰਗ ਨੰਬਰ ਆਫ ਰਿਸਪੌਂਸਿਸ। ਕਿ ਵੱਖ-ਵੱਖ ਸਮੇਂ ਦੇ ਅੰਤਰਾਲ ਜਾਂ ਵੱਖ-ਵੱਖ ਜਵਾਬਾਂ ਤੋਂ ਬਾਅਦ ਕਿਹੜੀ ਮਜ਼ਬੂਤੀ ਜਾਂ ਫਿਰ ਰਿਨਫੋਰਸਮੈਂਟ ਦਿੱਤੀ ਜਾਂਦੀ ਹੈ? ਸੋ ਜਵਾਬ ਦੱਸੋ ਕਿ ਇਹਦਾ ਜਵਾਬ ਫਿਕਸਡ ਰੇਸ਼ੋ ਇਨ ਰਿਨਫੋਰਸਮੈਂਟ ਆਊਗਾ, ਕੰਟੀਨਿਊਅਸ ਰਿਨਫੋਰਸਮੈਂਟ, ਫਿਕਸਡ ਇੰਟਰਵਲ ਰਿਨਫੋਰਸਮੈਂਟ, ਵੇਰੀਏਬਲ ਰਿਨਫੋਰਸਮੈਂਟ।
ਤੁਸੀਂ ਵੇਖੋ ਇੱਥੇ ਵੇਅਰਿੰਗ ਇੰਟਰਵਲ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇਸ ਤੋਂ ਮਿਲਦਾ ਜੁਲਦਾ ਹੀ ਜਵਾਬ ਜਿਹੜਾ ਹੋਊਗਾ ਜੀ ਉਹ ਸਹੀ ਹੋਊਗਾ ਕਿ ਵੱਖ-ਵੱਖ ਸਮੇਂ ਦੇ ਅੰਤਰਾਲ ਜਾਂ ਵੱਖ-ਵੱਖ ਜਵਾਬਾਂ ਤੋਂ ਬਾਅਦ ਆਪਾਂ ਵੇਰੀਏਬਲ ਰਿਨਫੋਰਸਮੈਂਟ ਦੀ ਆਪਾਂ ਵਰਤੋਂ ਕਰਦੇ ਹਾਂ, ਬਦਲਦੀ ਵੇਰੀਏਬਲ ਮਜ਼ਬੂਤੀ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਐਨ ਐਲੀਮੈਂਟਰੀ ਟੀਚਰ ਆਰਗੇਨਾਈਜ਼ਸ ਗੇਮਸ ਐਂਡ ਸਪੋਰਟਸ ਟੂ encourage interaction among student in a group. The learning strategy used by teacher is। ਇੱਕ ਟੀਚਰ ਹੈਗੇ ਆ, ਐਲੀਮੈਂਟਰੀ ਟੀਚਰ ਹੈ, ਉਹ ਜਿਹੜੇ ਅਧਿਆਪਕ ਨੇ ਨਾ ਵੀ ਬੱਚਿਆਂ ਵਿੱਚ ਗੱਲਬਾਤ ਨੂੰ ਵਧਾਉਣ ਦੇ ਲਈ ਇੰਟਰੈਕਸ਼ਨ ਵਧਾਉਣਾ ਚਾਹੁੰਦੇ ਆ, ਸਮੂਹ ਵਿੱਚ ਖੇਡਾਂ ਦਾ ਪ੍ਰਬੰਧ ਕਰਦੇ ਆ। ਅਧਿਆਪਕ ਦੁਆਰਾ ਜਿਹੜੀ ਵਰਤੀ ਗਈ ਸਿੱਖਣ ਵਿਧੀ ਹੈਗੀ ਆ, ਤੁਸੀਂ ਇਹਦਾ ਨਾਮ ਦੱਸੋ ਕੀ ਹੈ। ਕੀ ਇਹ ਇੰਸਟਰਕਸ਼ਨਲ ਲਰਨਿੰਗ ਹੈਗੀ ਆ, ਇਨਵਾਇਰਨਮੈਂਟਲ ਲਰਨਿੰਗ ਹੈ, ਕੋਆਪਰੇਟਿਵ ਲਰਨਿੰਗ ਹੈਗੀ ਆ, ਜਾਂ ਫਿਰ ਰਿਨਫੋਰਸਮੈਂਟ ਲਰਨਿੰਗ ਹੈ। ਹਦਾਇਤਮਕ ਸਿੱਖਿਆ, ਵਾਤਾਵਰਣ ਸਿੱਖਿਆ, ਸਹਿਯੋਗ ਸਿੱਖਿਆ, ਮਜ਼ਬੂਤੀ ਸਿੱਖਿਆ। ਇੰਸਟਰਕਸ਼ਨਲ ਲਰਨਿੰਗ ਤਾਂ ਨਹੀਂ ਹੋਊਗਾ ਕਿਉਂਕਿ ਡਾਇਰੈਕਟਲੀ ਇਹਦੇ ਵਿੱਚ ਕੋਈ ਇੰਸਟਰਕਸ਼ਨ ਤਾਂ ਦਿੱਤੀਆਂ ਨਹੀਂ ਜਾ ਰਹੀਆਂ ਨੇ। ਇੱਥੇ ਟੀਚਰ ਦੁਆਰਾ ਇੱਕ ਕੰਮ ਕੀਤਾ ਗਿਆ ਵੀ ਬੱਚੇ ਇੰਟਰੈਕਸ਼ਨ ਕਰਨ, ਇਨਕਰੇਜ ਇੰਟਰੈਕਸ਼ਨ। ਇਹ ਜਦੋਂ ਵਰਡ ਦੇਖ ਲਿਆ ਨਾ, ਤੁਸੀਂ ਇਸ ਪ੍ਰਸ਼ਨ ਦਾ ਸਹੀ ਜਵਾਬ ਦੇ ਸਕਦੇ ਹੋ। ਇਨਵਾਇਰਨਮੈਂਟ ਦਾ ਵੀ ਕੋਈ ਇੰਨਾ ਵੱਡਾ ਰੋਲ ਹੈ ਨਹੀਂਗਾ। ਸੋ ਆਪਸ਼ਨ ਨੰਬਰ ਬੀ ਨੂੰ ਵੀ ਐਲੀਮੀਨੇਟ ਕਰਾਂਗੇ, ਏ ਨੂੰ ਵੀ ਐਲੀਮੀਨੇਟ ਕਰਾਂਗੇ। ਕਿਤੇ ਨਾ ਕਿਤੇ ਅਮੰਗ ਸਟੂਡੈਂਟ ਦੀ ਗੱਲ ਕੀਤੀ ਜਾ ਰਹੀ ਹੈ, ਅਮੰਗ ਵਰਡ ਲਿਖਿਆ ਹੋਇਆ, ਮਤਲਬ ਸਟੂਡੈਂਟ ਆਪਸ ਵਿੱਚ ਗੱਲਬਾਤ ਵਗੈਰਾ ਕਰਨ। ਸੋ ਇਹ ਸਹਿਯੋਗ ਸਿੱਖਿਆ ਤੇ ਇੱਥੇ ਜ਼ੋਰ ਦਿੱਤਾ ਜਾ ਰਿਹਾ। ਸੋ ਆਪਸ਼ਨ ਨੰਬਰ ਸੀ ਜਵਾਬ ਹੋਊਗਾ ਜੀ ਤੁਹਾਡਾ ਬਿਲਕੁਲ ਸਹੀ। ਅਗਲਾ ਪ੍ਰਸ਼ਨ ਦੇਖੋ। ਅਕੋਰਡਿੰਗ ਟੂ ਵਾਈਗੋਟਸਕੀ ਦ ਡਿਫਰੈਂਸ ਬਿਟਵੀਨ what a child can do on his own and what can be accomplished with some assistance is referred as। ਇਹ ਜਿਹੜਾ ਟੌਪਿਕ ਹੈਗਾ ਆ, ਸੇਮ ਟੌਪਿਕ ਕੱਲ ਵਾਲੀ CDP ਦੀ ਥਿਊਰੀ ਵਾਲੀ ਵੀਡੀਓ ਵਿੱਚ ਮੈਂ ਐਕਸਪਲੇਨ ਕੀਤਾ ਸੀਗਾ। ਸੋ ਜਿਨ੍ਹਾਂ ਸਾਥੀਆਂ ਨੇ ਇਹ ਵੀਡੀਓ ਦੇਖੀ ਹੋਊਗੀ ਉਹ ਸਾਥੀ ਇਸ ਪ੍ਰਸ਼ਨ ਦਾ ਜਵਾਬ ਬਿਲਕੁਲ ਸਹੀ ਦੇਣਗੇ। ਪ੍ਰਸ਼ਨ ਨੂੰ ਦੁਬਾਰਾ ਪੜ੍ਹ ਲੈਂਦੇ ਆ ਕਿ ਵਾਈਗੋਟਸਕੀ ਦੇ ਮੁਤਾਬਿਕ ਬੱਚਾ ਆਪਣੇ ਆਪ ਹੀ ਕਰ ਸਕਦਾ ਆ, ਆਪਣੇ ਆਪ ਕੀ ਕਰ ਸਕਦਾ ਹੈ ਅਤੇ ਕੁਝ ਮਦਦ ਨਾਲ ਉਸ ਤੋਂ ਕੀ ਕਰਵਾਇਆ ਜਾ ਸਕਦਾ ਹੈ। ਵਿੱਚ ਅੰਤਰ ਨੂੰ ਕਿਹਾ ਕੀ ਜਾਂਦਾ ਆ ਕਿ ਇਹ ਜ਼ੋਨ ਆਫ ਪ੍ਰੂਡੈਂਟੀਅਲ ਡਿਵੈਲਪਮੈਂਟ ਹੈ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਹੈ, ਜ਼ੋਨ ਆਫ ਪ੍ਰਾਇਰ ਡਿਵੈਲਪਮੈਂਟ ਹੈ, ਜ਼ੋਨ ਆਫ ਪੋਸੀਬਲ ਡਿਵੈਲਪਮੈਂਟ ਹੈ। ਵਿਵੇਕਸ਼ੀਲ ਵਿਕਾਸ ਦਾ ਖੇਤਰ, ਨੇੜਲੇ ਵਿਕਾਸ ਦਾ ਖੇਤਰ, ਪਹਿਲੇ ਵਿਕਾਸ ਦਾ ਖੇਤਰ, ਸੰਭਵ ਵਿਕਾਸ ਦਾ ਖੇਤਰ। ਸੋ ਇਹਦੇ ਵਿੱਚ ਇਹ ਜਿਹੜੀ ਥਿਊਰੀ ਹੈਗੀ ਕਿਹਦੇ ਦੁਆਰਾ ਦਿੱਤੀ ਗਈ ਹੈ? ਵਾਈਗੋਟਸਕੀ ਦੁਆਰਾ ਥਿਊਰੀ ਦਿੱਤੀ ਗਈ ਹੈ, ਜਾਂ ਫਿਰ ਟਰਮਸ ਜਿਹੜੀਆਂ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਉਹਨਾਂ ਨੇ MKO ਦੀ ਗੱਲ ਕੀਤੀ ਹੈ, MKO ਮੋਰ ਨੋਲੇਜੇਬਲ ਅਦਰ ਦੀ ਗੱਲ ਕੀਤੀ ਹੈ, ਸਕੈਫੋਲਡਿੰਗ ਦੀ ਵੀ ਉਹਨਾਂ ਨੇ ਗੱਲ ਕੀਤੀ ਹੈਗੀ ਹੈ, ਪਲੱਸ ਉਹਨਾਂ ਨੇ ZPD ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੀ ਵੀ ਗੱਲ ਕੀਤੀ ਹੈ। ਸੋ ਆਪਸ਼ਨ ਨੰਬਰ ਜਿਹੜਾ B ਹੈ ਜੀ, ਇਹ ਜਵਾਬ ਤੁਹਾਡਾ ਸਹੀ ਹੈ। ਸਕੈਫੋਲਡਿੰਗ ਕਿਹਨੂੰ ਕਹਿੰਦੇ ਨੇ ਜੀ, ਇਹਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸੋ। ਇਸ ਦੇ ਵਿੱਚ ਵੀ ਇਹਦੇ ਲਿਖਿਆ ਹੋਇਆ, ਸੋ ਦੱਸੋ ਸਕੈਫੋਲਡਿੰਗ ਕਿਹਨੂੰ ਕਿਹਾ ਜਾਂਦਾ ਆ। ਐਂਡ ਇੱਥੇ ਜਵਾਬ ਤੁਹਾਡਾ ਸਹੀ ਹੋਊਗਾ ਜੀ ਆਪਸ਼ਨ ਨੰਬਰ B। ਚਲੋ ਚੱਲਦੇ ਹਾਂ ਅੱਜ ਦੇ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ। ਮੈਸਲੋ ਦੀ ਨਾ ਇੱਕ ਮੋਟੀਵੇਸ਼ਨ ਦੀ ਥਿਊਰੀ ਹੈਗੀ ਆ, ਉਹੀ ਪੁੱਛਿਆ ਜਾ ਰਿਹਾ। ਅਕੋਰਡਿੰਗ ਟੂ ਮੈਸਲੋ ਥਿਊਰੀ ਆਫ ਮੋਟੀਵੇਸ਼ਨ ਦ ਲੋਅਰ ਲੈਵਲ ਆਫ ਹਿਊਮਨ ਨੀਡਸ ਐਮਨੇਟਸ ਫਰੋਮ। ਕਿ ਮੈਸਲੋ ਦੀ ਪ੍ਰੇਰਣਾ ਸਿਧਾਂਤ ਮੁਤਾਬਕ ਮਨੁੱਖ ਦੀਆਂ ਹੇਠਲੇ ਦਰਜੇ ਦੀਆਂ ਜ਼ਰੂਰਤਾਂ ਕਿਸ ਤੋਂ ਨਿਕਲਦੀਆਂ ਹਨ? ਜਿਹੜੇ ਸਾਥੀ ਨੇ ਥਿਊਰੀ ਸਮਝਣੀ ਹੈਗੀ ਆ, ਸਿੱਧਾ ਸਰਚ ਕਰ ਲਿਓ ਥਿਊਰੀ ਆਫ ਮੋਟੀਵੇਸ਼ਨ ਜਾਂ ਫਿਰ ਹਿਊਮਨ ਨੀਡਸ ਦੀ, ਜਾਂ ਫਿਰ ਮੈਸਲੋ ਥਿਊਰੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਤੁਹਾਨੂੰ ਥਿਊਰੀ ਲੱਭ ਜਾਣੀ ਆ। ਹੁਣ ਆਪਾਂ ਵੇਖ ਲੈਂਦੇ ਹਾਂ ਕਿ ਇਹਦਾ ਜਵਾਬ ਕੀ ਸਹੀ ਹੋਊਗਾ। ਸੈਲਫ ਐਕਚੁਅਲਾਈਜੇਸ਼ਨ ਨੀਡਸ, ਸੈਲਫ ਐਸਟੀਮ ਨੀਡਸ, ਸੇਫਟੀ ਨੀਡਸ, ਫਿਜ਼ੀਓਲੋਜੀਕਲ ਨੀਡਸ। ਸਭ ਤੋਂ ਇਹਨਾਂ ਨੇ ਗੱਲ ਕੀਤੀ ਹੈ ਲੋਅਰ ਲੈਵਲ ਦੀ, ਤੇ ਲੋਅਰ ਲੈਵਲ ਦੇ ਵਿੱਚ ਨਾ ਫਿਜ਼ੀਓਲੋਜੀਕਲ ਨੀਡਸ ਹੀ ਇਹਦਾ ਜਵਾਬ ਸਹੀ ਹੋਊਗਾ। ਸੋ ਆਪਸ਼ਨ ਨੰਬਰ ਸਰੀਰਕ ਲੋੜਾਂ ਤੇ ਵੀ ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਥਿਊਰੀ ਵੇਖ ਲਓਗੇ ਤੇ ਬਾਕੀ ਦੀਆਂ ਆਪਸ਼ਨਾਂ ਵੀ ਸਮਝ ਜਾਓਗੇ। ਅੱਗੇ ਪ੍ਰਸ਼ਨ ਦੇਖ ਲਓ, ਲਾਸਟ ਪ੍ਰਸ਼ਨ ਹੈਗਾ ਜੀ। ਬਿਹੇਵੀਅਰਲ ਚੇਂਜਸ ਬ੍ਰੌਟ ਅਬਾਊਟ ਬਾਈ ਫੈਕਟਰ ਲਾਈਕ ਫਟੀਗ, ਡਰੱਗਸ, ਇਲਨੈਸ, ਮੈਚੂਰੇਸ਼ਨ ਔਰ ਇਮੋਸ਼ਨਲ ਸਿਚੁਏਸ਼ਨਸ ਆਰ। ਥਕਾਵਟ, ਦਵਾਈਆਂ, ਬਿਮਾਰੀ, ਪਰਿਪੱਕਤਾ ਜਾਂ ਭਾਵਨਾਤਮਕ ਕਾਰਨਾਂ ਕਾਰਨ ਉਤਪੰਨ ਹੋਈ ਵਿਵਹਾਰਕ ਤਬਦੀਲੀ ਹੈਗੀ ਹੈ। ਟ੍ਰਾਂਜ਼ਿਟਰੀ ਇਨ ਨੇਚਰ ਹੈ, ਪਰਮਾਨੈਂਟ ਇਨ ਨੇਚਰ ਹੈ, ਪਰਪੈਚੁਅਲ ਇਨ ਨੇਚਰ ਜਾਂ ਫਿਰ ਕੌਨਸਟੈਂਟ ਇਨ ਨੇਚਰ। ਅਸਥਾਈ ਸੁਭਾਅ ਦੀ ਹੈ, ਸਥਾਈ ਸੁਭਾਅ ਦੀ ਹੈ, ਸਦੀਵੀ ਸੁਭਾਅ ਦੀ ਹੈ, ਸਥਿਰ ਸੁਭਾਅ ਦੀ ਹੈ। ਸੋ ਜਿਹੜੀ ਵੀ ਬਿਹੇਵੀਅਰਲ ਚੇਂਜਸ ਤੁਹਾਨੂੰ ਵੇਖਣ ਨੂੰ ਮਿਲਦੇ ਆ, ਕਿਉਂ ਵੇਖਣ ਨੂੰ ਮਿਲਦੇ ਆ? ਫਟੀਗ, ਡਰੱਗ, ਇਲਨੈਸ ਜਾਂ ਫਿਰ ਮੈਚੂਰੇਸ਼ਨ ਕਰਕੇ, ਇਮੋਸ਼ਨਲ ਸਿਚੁਏਸ਼ਨ ਕਰਕੇ, ਉਹ ਟ੍ਰਾਂਜ਼ਿਟਰੀ ਹੁੰਦੇ ਆ, ਅਸਥਾਈ ਸੁਭਾਅ ਦੇ ਹੁੰਦੇ ਆ। ਸੋ ਆਪਸ਼ਨ ਨੰਬਰ A ਜਵਾਬ ਤੁਹਾਡਾ ਸਹੀ ਹੈ। ਤੇ ਹੁਣ ਮੈਨੂੰ ਦੱਸੋ ਤੁਹਾਡੇ 10 ਵਿੱਚੋਂ ਕਿਹਨੇ ਨੰਬਰ ਆਏ ਆ? ਸ਼ਰਮ ਨਾ ਕਰਿਓ, ਜਿੰਨੇ ਵੀ ਨੰਬਰ ਬਣੇ ਆ ਉਹ ਤੁਸੀਂ ਜ਼ਰੂਰ ਦੱਸਿਓ। ਸੈਸ਼ਨ ਵੈਸੇ ਕਾਫੀ ਵਧੀਆ ਸੀਗਾ, ਐਂਡ ਲਾਸਟ ਟਾਈਮ ਪੇਪਰ ਮੈਂ ਤਾਂ ਸਮਝਦਾ ਕੁਝ ਸੌਖਾ ਵੀ ਆਇਆ ਸੀਗਾ। ਇਹ 2023 ਵਾਲਾ ਪੇਪਰ ਹੈਗਾ ਆ। ਸੋ ਜੇਕਰ ਤੁਹਾਡੇ ਠੀਕ ਠਾਕ ਨੰਬਰ ਬਣੇ ਆ, ਸੈਸ਼ਨ ਯੂਸਫੁਲ ਲੱਗਿਆ ਹੈ ਤੇ ਸੈਸ਼ਨ ਨੂੰ ਲਾਈਕ ਜ਼ਰੂਰ ਕਰਿਓ। ਤੁਹਾਡੇ ਲਾਈਕਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਆ। ਐਂਡ ਜਿਹੜੇ ਸਾਥੀ ਬਿਨਾਂ ਸਬਸਕ੍ਰਾਈਬ ਕੀਤੇ ਚੈਨਲ ਨੂੰ ਦੇਖ ਰਹੇ ਆ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੋ ਦੋਸਤੋ, ਇਸ ਸੈਸ਼ਨ ਦੀ PDF ਨੂੰ ਮੈਂ ਟੈਲੀਗ੍ਰਾਮ ਚੈਨਲ ਤੇ ਭੇਜ ਦਊਂਗਾ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।